Attention Outlook। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 402 ਅੰਗ ਦੀ ਵਿਰਾਜਮਾਨ ਬਾਣੀ ਦੇ ਰਾਹੀਂ ਗੁਰੂ ਅਰਜਨ ਸਾਹਿਬ ਇੱਕ ਤਾਂ ਸਾਨੂੰ ਸਾਡੇ ਗਿਣੇ ਮਿੱਥੇ ਸਾਹਾਂ ਬਾਰੇ ਚੇਤਾ ਕਰਵਾਉਂਦੇ ਨੇ, ਦੂਸਰਾ ਉਹ ਆਪਣੀ ਦਸ਼ਾ ਦੱਸਦੇ ਨੇ ਕਿ ਗੁਰੂ ਨੂੰ ਮਿਲਣ ਤੋਂ ਪਹਿਲਾਂ ਉਹਨਾਂ ਦੀ ਦਸ਼ਾ ਕਿਹੋ ਜਿਹੀ ਸੀ ਤੇ ਗੁਰੂ ਨੂੰ ਮਿਲਣ ਤੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ। ਇਹ ਬਹੁਤ ਹੀ ਮਹੱਤਵਪੂਰਨ ਸਿੱਖਿਆ ਹੈ ਜੋ ਸਾਨੂੰ ਸਿੱਖਣੀ ਚਾਹੀਦੀ ਹੈ, ਜੋ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਲਾਭਦਾਇਕ ਸਿੱਧ ਹੋ ਸਕਦੀ ਹੈ। ਤੇ ਤੀਸਰੇ ਨੰਬਰ ਤੇ ਗੁਰੂ ਸਾਹਿਬ ਗੱਲ ਕਰਦੇ ਨੇ ਵਿਕਾਰਾਂ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਨੱਕੋ ਨੱਕ ਡੁੱਬੇ ਹੋਏ ਇਨਸਾਨ ਦੀ, ਤੇ ਉਸ ਮਾਇਆ ਦੇ ਸਮੁੰਦਰ ਦੇ ਵਿੱਚੋਂ ਉਹਨੇ ਬਾਹਰ ਕਿਵੇਂ ਨਿਕਲਣਾ ਹੈ, ਇਹ ਵੀ ਦੱਸਦੇ ਨੇ। ਵੀਡੀਓ ਚੰਗੀ ਲੱਗੇ, ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਆਓ ਸ਼ੁਰੂਆਤ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਦਸਵਾਂ ਮਹਿਲਾ ਪੰਜਵਾਂ। ਜਿਸਨੂੰ ਤੂੰ ਅਸਥਿਰ ਕਰ ਮਾਨੈ ਤੇ ਪਾਹੁਨ ਦੋ ਦਾਹਾ। ਦੋ ਦਾਹਾ ਭਾਵ 2 ਦਿਨ। ਗੁਰੂ ਸਾਹਿਬ ਕਹਿੰਦੇ ਜਿਹੜੀਆਂ ਚੀਜ਼ਾਂ ਵਸਤਾਂ ਨੂੰ ਤੂੰ ਅਸਥਿਰ ਜਾਣੀ ਕਿ ਸਦਾ ਕਾਇਮ ਰਹਿਣ ਵਾਲੀਆਂ ਮੰਨਦਾ ਹੈ, ਉਹ 2 ਦਿਨਾਂ ਦੇ ਪ੍ਰਾਹੁਣੇ ਹਨ। ਤੇ ਉਹ ਚੀਜ਼ਾਂ ਵਸਤਾਂ ਉਹ ਕਿਹੜੀਆਂ ਨੇ? ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ ਸਭ ਮਿਥਿਆ ਅਸਨਾਹਾ। ਪੁੱਤਰ, ਇਸਤਰੀ, ਘਰ ਦਾ ਸਾਰਾ ਹੀ ਸਾਜੋ ਸਮਾਨ, ਸਾਰੀ ਹੀ ਸਮੱਗਰੀ, ਇਹ 2 ਦਿਨਾਂ ਦੇ ਪ੍ਰਾਹੁਣੇ ਨੇ। ਤੇ ਤੇਰਾ ਇਹਨਾਂ ਦੇ ਵਿੱਚ ਜੋ ਸਨੇਹ ਹੈ ਉਹ ਮਿਥਿਆ ਹੈ, ਉਹ ਝੂਠ ਹੈ, ਉਹ ਸੱਚ ਨਹੀਂ ਹੈ। ਇੱਥੇ ਝੂਠ ਤੇ ਸੱਚ ਤੋਂ ਭਾਵ ਸੱਚ ਉਹ ਜੋ ਸਦਾ ਕਾਇਮ ਰਹਿਣ ਵਾਲਾ ਹੈ। ਸੱਚ ਸੱਚ ਹੁੰਦਾ ਹੈ ਜਿਹੜਾ ਕਦੇ ਬਦਲਦਾ ਨਹੀਂ, ਝੂਠ ਬਦਲਦਾ ਰਹਿੰਦਾ ਹੈ। ਝੂਠ ਸਦਾ ਕਾਇਮ ਰਹਿਣ ਵਾਲਾ ਨਹੀਂ, ਝੂਠ ਫੜਿਆ ਵੀ ਜਾਂਦਾ ਹੈ। ਸੋ ਜਿਹੜਾ ਸਾਡਾ ਵਸਤਾਂ ਦੇ ਨਾਲ ਪਿਆਰ ਹੈ ਉਹ ਝੂਠਾ ਹੈ, ਕਿਉਂਕਿ ਉਹ ਸਦਾ ਨਹੀਂ ਰਹਿੰਦਾ। ਅੱਜ ਸਾਨੂੰ ਇੱਕ ਚੀਜ਼ ਚੰਗੀ ਲੱਗਦੀ ਹੈ, ਉਹਦੇ ਨਾਲ ਸਾਡਾ ਬਹੁਤ ਪਿਆਰ ਹੈ, ਕੱਲ੍ਹ ਨੂੰ ਸਾਡਾ ਉਹੀ ਪਿਆਰ ਕਿਸੇ ਦੂਜੀ ਵਸਤ ਦੇ ਨਾਲ ਪੈ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜੋ ਵਸਤਾਂ ਦੇ ਨਾਲ ਸਾਡਾ ਪ੍ਰੇਮ ਹੈ, ਮੋਹ ਹੈ, ਉਹ ਮਿੱਥਿਆ ਹੈ, ਝੂਠ ਹੈ, ਅਸਥਿਰ ਨਹੀਂ ਹੈ। ਪਰ ਤੂੰ ਮੰਨਦਾ ਉਹਨੂੰ ਅਸਥਿਰ ਹੀ ਹੈ, ਤੈਨੂੰ ਲੱਗਦਾ ਕਿ ਇਹ ਪਿਆਰ ਤੇ ਇਹ ਵਸਤਾਂ ਸਦਾ ਕਾਇਮ ਰਹਿਣ ਵਾਲੀਆਂ, ਪਰ ਅਜਿਹਾ ਹੈ ਨਹੀਂ। ਰੇ ਮਨ ਕਿਆ ਕਰੇ ਹੈ ਹਾਹਾ। ਹਾਹਾ ਤੋਂ ਭਾਵ ਜਦੋਂ ਅਸੀਂ ਆਹਾ ਆਹਾ ਕਰਦੇ ਹਾਂ, ਕੁਝ ਚੰਗਾ ਹੋ ਜਾਵੇ ਅਸੀਂ ਕਹਿੰਦੇ ਹਾਂ ਆਹਾ ਨਜ਼ਾਰਾ ਆ ਗਿਆ। ਜਦੋਂ ਮਾਇਆ ਦਾ ਪਸਾਰਾ ਅਸੀਂ ਵੇਖਦੇ ਹਾਂ ਤੇ ਸਾਡੇ ਦਿਲ 'ਚੋਂ ਆਹਾ ਆਪਣੇ ਆਪ ਨਿਕਲਦੀ ਹੈ। ਤੇ ਇਹੀ ਗੱਲ ਗੁਰੂ ਸਾਹਿਬ ਕਹਿੰਦੇ ਨੇ, ਰੇ ਮਨ ਕਿਆ ਕਰੇ ਹੈ ਆਹਾ, ਕਿ ਹੇ ਮੇਰੇ ਮਨ, ਮਾਇਆ ਦਾ ਪਸਾਰਾ ਵੇਖ ਕੇ ਕੀ ਖੁਸ਼ੀਆਂ ਮਨਾ ਰਿਹਾ ਹੈ, ਕੀ ਆਹਾ ਆਹਾ ਕਰ ਰਿਹਾ ਹੈ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਓ। ਕਹਿੰਦੇ ਅੱਖਾਂ ਖੋਲ ਕੇ ਵੇਖ, ਧਿਆਨ ਦੇ ਨਾਲ ਵੇਖ, ਇਹ ਸਾਰਾ ਕੁਝ, ਇਹ ਜੋ ਮਾਇਆ ਦਾ ਪਸਾਰਾ ਹੈ ਇਹ ਹਰ ਚੰਦੌਰੀ ਹੈ, ਜਾਣੀ ਕਿ ਧੂਏ ਦਾ ਪਹਾੜ ਹੈ। ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ ਇਹਦੇ ਰਾਹੀਂ ਹੀ ਤੂੰ ਮਨੁੱਖੇ ਜੀਵਨ ਦੇ ਵਿੱਚ ਲਾਭ ਖੱਟ ਸਕਦਾ, ਉਹ ਲਾਭ ਜਿਹੜਾ ਅੰਤ ਵੇਲੇ ਤੇਰੇ ਕੰਮ ਆਵੇਗਾ, ਹਰ ਮੁਸੀਬਤ ਦੀ ਘੜੀ ਦੇ ਵਿੱਚ ਤੇਰੇ ਕੰਮ ਆਵੇਗਾ। ਜੈਸੇ ਬਸਤਰ ਦੇ ਉਡਾਨੇ ਦਿਨ 2-4 ਭੋਰਾਹਾ। ਜਿਵੇਂ ਅਸੀਂ ਤਨ ਦੇ ਉੱਪਰ ਕੱਪੜੇ ਪਾਉਂਦੇ ਹਾਂ ਤਾਂ 2-4 ਦਿਨਾਂ ਦੇ ਵਿੱਚ ਉਹ ਪੁਰਾਣੇ ਹੋ ਜਾਂਦੇ ਨੇ। ਅੱਜ ਅਸੀਂ ਨਵਾਂ ਕੱਪੜਾ ਪਹਿਨਦੇ ਹਾਂ, ਸਾਨੂੰ ਚਾਅ ਚੜ੍ਹ ਜਾਂਦਾ ਹੈ, 2-4 ਦਿਨਾਂ ਤੱਕ ਉਹ ਪੁਰਾਣਾ ਹੋ ਜਾਂਦਾ ਹੈ। ਉਹ ਸਾਡੇ ਜੀਵਨ ਦਾ ਇੱਕ ਆਮ ਜਿਹਾ ਅੰਗ ਹੋ ਜਾਂਦਾ, ਸਾਨੂੰ ਉਹ ਚਾਅ ਨਹੀਂ ਚੜ੍ਹਦਾ ਜੋ ਪਹਿਲੇ ਦਿਨ ਚੜ੍ਹਿਆ ਸੀ। ਜੈਸੇ ਬਸਤਰ ਦੇ ਉਡਾਨੇ ਦਿਨ 2-4 ਪੁਰਾਹਾ। ਭੀਤ ਉਪਰੇ ਕੇਤਕ ਧਾਈਐ ਅੰਤ ਔਰ ਕੋ ਆਹਾ। ਭੀਤ ਤੋਂ ਭਾਵ ਕੰਧ, ਕੇਤਕ ਤੋਂ ਭਾਵ ਕਦੋਂ ਤੱਕ, ਕਿੰਨਾ ਕੁ ਚਿਰ, ਕਿੱਥੋਂ ਕੁ ਤੱਕ। ਧਾਈਐ ਤੋਂ ਭਾਵ ਭੱਜਣਾ, ਤੇ ਔਰ ਕੋ ਤੋਂ ਭਾਵ ਅਖੀਰਲਾ ਸਿਰਾ। ਕਹਿੰਦੇ ਕੰਧ ਦੇ ਉੱਪਰ ਕੋਈ ਕਿੰਨਾ ਕੁ ਚਿਰ ਭੱਜ ਸਕਦਾ, ਕੰਧ ਦਾ ਅੰਤ ਆਉਣਾ ਹੀ ਹੈ, ਕੰਧ ਦਾ ਅਖੀਰਲਾ ਸਿਰਾ ਆ ਹੀ ਜਾਣਾ। ਤੇ ਸਮਝਾ ਕੀ ਰਹੇ ਨੇ, ਇਹ ਜ਼ਿੰਦਗੀ ਕਿੰਨਾ ਕੁ ਚਿਰ ਚੱਲਣੀ ਹੈ, ਇਹ ਸਦਾ ਚੱਲਣ ਵਾਲੀ ਨਹੀਂ ਹੈ। ਜ਼ਿੰਦਗੀ ਦਾ ਅੰਤ ਆ ਹੀ ਜਾਣਾ ਹੈ, ਕਦੋਂ ਕੁ ਤੱਕ ਅਸੀਂ ਜਿਉ ਸਕਦੇ ਹਾਂ।
ਸੋ ਇਸ ਗੱਲ ਨੂੰ ਚੇਤਿਆਂ ਦੇ ਵਿੱਚ ਰੱਖਿਆ ਕਰੋ। ਜੈਸੇ ਅੰਬ ਕੁੰਡ ਕਰ ਰਾਖਿਓ, ਪਰਤ ਸਿੰਧ ਗਲ ਜਾਹਾ। ਅੰਬ ਕੁੰਡ ਭਾਵ ਪਾਣੀ ਦਾ ਹੌਜਾ, ਹੌਦ, ਟੈਂਕੀ। ਜਿਵੇਂ ਅੱਜ ਦੇ ਜ਼ਮਾਨੇ ਦੇ ਵਿੱਚ ਟੈਂਕੀਆਂ ਆਮ ਨੇ, ਪਲਾਸਟਿਕ ਦੀਆਂ ਟੈਂਕੀਆਂ। ਕਹਿੰਦੇ ਜੇ ਪਾਣੀ ਦੀ ਟੈਂਕੀ ਭਰ ਕੇ ਰੱਖੀ ਹੋਵੇ, ਉਹਦੇ ਵਿੱਚ ਨਮਕ ਪਾ ਦਈਏ ਤੇ ਨਮਕ ਗਲ ਜਾਂਦਾ, ਭਾਵ ਖੁਰ ਜਾਂਦਾ। ਆਬਗ ਆਗਿਆ ਪਾਰ ਬ੍ਰਹਮ ਕੀ, ਉੱਠ ਜਾਸੀ ਮੁਹੱਤ ਚ ਸਾਹਾ। ਤੇ ਮਨੁੱਖ ਦਾ ਜੀਵਨ ਵੀ, ਹਰੇਕ ਜੀਵ ਦਾ ਜੀਵਨ ਵੀ ਇਸੇ ਪ੍ਰਕਾਰ ਹੀ ਹੈ। ਜਦੋਂ ਪ੍ਰਮਾਤਮਾ ਦੀ ਆਗਿਆ ਹੋ ਗਈ, ਜਦੋਂ ਪ੍ਰਮਾਤਮਾ ਦਾ ਸੱਦਾ ਆ ਗਿਆ ਤੇ ਅਸੀਂ ਉੱਠ ਕੇ ਤੁਰ ਪੈਂਦੇ ਹਾਂ। ਮੁਹੱਤ ਚਸਾਹਾ, ਮੁਹੱਤ ਤੋਂ ਭਾਵ ਮਹੂਰਤ ਦੀਆਂ 2 ਘੜੀਆਂ, ਚਸਾਹਾ ਪਲ ਦਾ ਤੀਜਾ ਹਿੱਸਾ। ਕਹਿੰਦੇ ਮਹੂਰਤ ਦੀਆਂ ਘੜੀਆਂ ਨਹੀਂ ਉਡੀਕਦੇ, ਇੱਕ ਪਲ ਦਾ ਤੀਜਾ ਹਿੱਸਾ ਵੀ ਨਹੀਂ ਉਡੀਕਦੇ। ਜਦੋਂ ਸੱਦਾ ਆ ਗਿਆ ਉੱਠ ਕੇ ਤੁਰ ਪੈਂਦੇ ਆ। ਰੇ ਮਨ ਲੇਖੈ ਚਾਲੇ ਲੇਖੈ ਬੈਸੇ, ਲੇਖੈ ਲੈਂਦਾ ਸਾਹਾ। ਇਹ ਮੇਰੇ ਮਨ, ਇਹ ਗੱਲ ਯਾਦ ਰੱਖ ਕਿ ਆਪਣੇ ਗਿਣੇ ਮਿੱਥੇ ਸਾਹਾਂ ਦੇ ਅਨੁਸਾਰ ਹੀ, ਲੇਖੇ ਦੇ ਅਨੁਸਾਰ ਹੀ ਤੂੰ ਤੁਰਿਆ ਫਿਰਦਾ, ਲੇਖੇ ਦੇ ਅਨੁਸਾਰ ਹੀ ਤੂੰ ਬੈਠਾ ਹੈ। ਜਿੰਨੇ ਕੁ ਤੇਰੇ ਲੇਖੇ ਦੇ ਵਿੱਚ ਸਾਹ ਆਏ ਨੇ, ਉਨੇ ਕੁ ਸਾਹ ਤੂੰ ਲੈ ਰਿਹਾ, ਉਦੋਂ ਜ਼ਿਆਦਾ ਨਹੀਂ ਲੈ ਸਕਦਾ। ਸਦਾ ਕੀਰਤ ਕਰ ਨਾਨਕ ਹਰਿ ਕੀ, ਉਬਰੇ ਸਤਿਗੁਰ ਚਰਨ ਉਟਾਹਾ। ਇਹ ਨਾਨਕ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹੋ। ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ ਤੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉਹ ਮਾਇਆ ਦੇ ਮੋਹ ਵਿੱਚ ਫਸਣੋਂ ਬਚ ਜਾਂਦੇ ਨੇ, ਉਹ ਉੱਭਰ ਜਾਂਦੇ ਨੇ। ਆਸਾ ਮਹਿਲਾ ਪੰਜਵਾਂ। ਅਪੁਸ਼ਟ ਬਾਤ ਤੇ ਭਈ ਸੀਦਰੀ, ਦੂਤ ਦੁਸ਼ਟ ਸਜਣਈ। ਹੁਣ ਇਹ ਸ਼ਬਦ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਆਪਣੇ ਗੁਰੂ ਦੇ ਨਾਲ ਮਿਲਾਪ ਦੀ ਗੱਲ ਕਰਦੇ ਨੇ। ਕਹਿੰਦੇ ਜਦੋਂ ਤੱਕ ਮੈਨੂੰ ਗੁਰੂ ਨਹੀਂ ਸੀ ਮਿਲਿਆ ਤਾਂ ਬੜੀਆਂ ਪੁੱਠੀਆਂ ਗੱਲਾਂ ਮੇਰੇ ਮਨ ਵਿੱਚ ਜਚੀਆਂ ਹੋਈਆਂ ਸੀ। ਚੰਦਰੇ ਵੈਰੀ ਮੈਨੂੰ ਚੁੰਬੜੇ ਹੋਏ ਸੀ, ਪਰ ਜਦੋਂ ਗੁਰੂ ਦਾ ਮਿਲਾਪ ਮੈਨੂੰ ਮਿਲ ਗਿਆ, ਗੁਰੂ ਦਾ ਸਾਥ ਮੈਨੂੰ ਮਿਲ ਗਿਆ, ਅਪੁਸ਼ਟ ਬਾਤ ਤੇ ਭਈ ਸਿਧਰੀ, ਇਹ ਜੋ ਪੁੱਠੀਆਂ ਗੱਲਾਂ ਸੀ ਇਹ ਸਿੱਧੀਆਂ ਹੋ ਗਈਆਂ। ਦੁਸ਼ਟ ਦੂਤ ਸਜਣਈ, ਤੇ ਜਿਹੜੇ ਵੈਰੀ ਮੈਨੂੰ ਚੁੰਬੜੇ ਸੀ ਉਹ ਮੇਰੇ ਸੱਜਣ ਮਿੱਤਰ ਬਣ ਗਏ। ਅੰਧਕਾਰ ਮਹਿ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਮੇਰੇ ਹਿਰਦੇ ਵਿੱਚ ਜੋ ਅਗਿਆਨਤਾ ਦਾ ਹਨੇਰਾ ਪਿਆ ਸੀ, ਉੱਥੇ ਗੁਰੂ ਦੇ ਗਿਆਨ ਦਾ ਰਤਨ ਚਮਕ ਪਿਆ ਤੇ ਮੇਰੀ ਬੁੱਧੀ ਜੋ ਵਿਕਾਰਾਂ ਨਾਲ ਮੈਲੀ ਹੋ ਚੁੱਕੀ ਸੀ, ਉਹ ਹਸ਼ਨਈ ਜਾਣੀ ਕਿ ਸਾਫ਼ ਸੁਥਰੀ ਹੋ ਗਈ। ਜੋ ਕਿਰਪਾ ਗੋਬਿੰਦ ਭਈ, ਸੁਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰ ਮਿਲਈ ਰਹਾਓ। ਹੇ ਭਾਈ, ਜਦੋਂ ਮੇਰੇ ਉੱਤੇ ਗੋਬਿੰਦ ਦੀ ਕਿਰਪਾ ਹੋਈ, ਮੈਂ ਸਤਿਗੁਰੂ ਨੂੰ ਮਿਲ ਪਿਆ ਤੇ ਗੁਰੂ ਦੇ ਮਿਲਾਪ ਦੀ ਬਰਕਤ ਨਾਲ ਫਲ ਵਜੋਂ ਮੈਨੂੰ ਆਤਮਿਕ ਆਨੰਦ ਦੀ ਦੌਲਤ ਤੇ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ। ਮੋਹੇ ਕਿਰਪਨ ਕੋ ਕੋਇ ਨਾ ਜਾਣਤ, ਸਗਲ ਭਵਨ ਪ੍ਰਗਟ। ਕਿਰਪਨ ਤੋਂ ਭਾਵ ਨਕਾਰਾ। ਕਹਿੰਦੇ ਮੈਨੂੰ ਨਕਾਰੇ ਨੂੰ ਕੋਈ ਨਹੀਂ ਜਾਣਦਾ ਸੀ, ਪਰ ਫਿਰ ਜਦੋਂ ਮੈਨੂੰ ਗੁਰੂ ਮਿਲ ਪਿਆ ਤਾਂ ਹੁਣ ਮੈਂ ਸਗਲ ਭਵਨ ਦੇ ਵਿੱਚ, ਸਾਰੇ ਭਵਨਾਂ ਦੇ ਵਿੱਚ ਉੱਘਾ ਹੋ ਗਿਆ ਹਾਂ, ਪ੍ਰਗਟ ਗਿਆ ਹਾਂ। ਸੰਗ ਬੈਠਨੋਂ ਕਹੀ ਨਾ ਪਾਵਤ, ਹੁਣ ਸਗਲ ਚਰਨ ਸੇਵਈ। ਪਹਿਲਾਂ ਮੈਨੂੰ ਕੋਈ ਕੋਲ ਬੈਠਣ ਨੂੰ ਨਹੀਂ ਸੀ ਮਿਲਦਾ, ਕਿਸੇ ਦੇ ਕੋਲ ਮੈਂ ਬੈਠ ਨਹੀਂ ਸਾਂ ਸਕਦਾ, ਤੇ ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ਹੈ। ਆਡ ਆਡ ਕਉ ਫਿਰਤ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁਝ ਗਈ। ਕੋਈ ਸਮਾਂ ਸੀ, ਗੁਰੂ ਸਾਹਿਬ ਕਹਿੰਦੇ, ਜਦੋਂ ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸੀ, ਲੱਭਦਾ ਫਿਰਦਾ ਸੀ, ਪਰ ਗੁਰੂ ਦੀ ਬਰਕਤ ਦੇ ਨਾਲ ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁਝ ਗਈ। ਹੁਣ ਏਕ ਬੋਲ ਵੀ ਖਬਤੋ ਨਾਹੀ, ਸਾਧ ਸੰਗਤ ਸ਼ੀਤ ਲਈ। ਕੋਈ ਸਮਾਂ ਸੀ ਜਦੋਂ ਮੈਂ ਕਿਸੇ ਦਾ ਇੱਕ ਵੀ ਖਰਵਾਂ ਬੋਲ ਸਹਾਰਦਾ ਨਹੀਂ ਸੀ, ਮੈਨੂੰ ਗੁੱਸਾ ਆ ਜਾਂਦਾ ਸੀ, ਕੋਈ ਮੈਨੂੰ ਉੱਚਾ ਨੀਵਾਂ ਬੋਲਦਾ ਸੀ ਤਾਂ। ਪਰ ਫਿਰ ਮੈਂ ਸਾਧ ਸੰਗਤ ਦੇ ਵਿੱਚ ਜੁੜਿਆ, ਸਾਧ ਸੰਗਤ ਦੇ ਸਦਕਾ ਹੁਣ ਮੈਂ ਸ਼ੀਤਲ ਹੋ ਗਿਆ। ਮੇਰਾ ਹਿਰਦਾ, ਮੇਰਾ ਮਨ ਠੰਡਾ ਠਾਰ ਹੋ ਗਿਆ, ਹੁਣ ਨਹੀਂ ਗੁੱਸਾ ਆਉਂਦਾ ਮੈਨੂੰ। ਏਕ ਜਿਹੀ ਗੁਣ ਕਵਣ ਵਖਾਨ, ਅਗੰਮ ਅਗੰਮ ਅਗਮਈ। ਕਹਿੰਦੇ ਮੇਰੀ ਇੱਕ ਹੀ ਜੀਵ ਹੈ, ਉਹਦੇ ਨਾਲ ਮੈਂ ਪ੍ਰਮਾਤਮਾ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ। ਬਸ ਇੰਨਾ ਕਹਿ ਸਕਦਾ ਕਿ ਉਹ ਪ੍ਰਮਾਤਮਾ ਅਗੰਮ ਅਗੰਮ ਅਗਮਈ, ਅਪਹੁੰਚ ਹੈ, ਅਪਹੁੰਚ ਹੈ,
ਸਾਡੀ ਪਹੁੰਚ ਤੋਂ ਬਹੁਤ ਪਰੇ ਹੈ। ਦਾਸ 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 ਕੋ ਕਰਿਓ, ਜਨ ਨਾਨਕ ਹਰ ਸ਼ਰਣਈ। ਨਾਨਕ ਸਿਰਫ ਇਹੀ ਆਖਦਾ ਰਹਿ, ਹੇ ਹਰੀ ਮੈਂ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾਈ ਰੱਖ। ਆਸਾ ਮਹਿਲਾ ਪੰਜਵਾਂ। ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ, ਟੋਟੇ ਕਉ ਬੇਗ ਧਾਇਆ। हे ਮੂਰਖ ਮਨ, ਆਤਮਿਕ ਜੀਵਨ ਦੇ ਲਾਭ ਵੱਲੋਂ ਤੂੰ ਆਲਸੀ ਹੈ, ਢਿੱਲਾ ਢਿੱਲਾ ਹੈ, ਤੇ ਆਤਮਿਕ ਜੀਵਨ ਦੀ ਰਾਸ ਪੂੰਜੀ ਦੇ ਵਿੱਚ ਘਾਟਾ ਪਵਾਉਣ ਦੇ ਲਈ ਤੂੰ ਛੇਤੀ ਛੇਤੀ ਉੱਠ ਦੌੜਦਾ ਹੈ। ਭਾਵ ਕਿ ਉਹ ਕੰਮ ਕਰਨ ਦੇ ਵਿੱਚ ਤੂੰ ਆਲਸੀ ਹੈ, ਢਿੱਲਾ ਹੈ, ਜਿਹੜੇ ਕੰਮਾਂ ਨੇ ਤੇਰੇ ਆਤਮਿਕ ਜੀਵਨ ਨੂੰ ਲਾਭ ਪਹੁੰਚਾਉਣਾ, ਤੇ ਜਿਹੜੇ ਕੰਮ ਤੇਰੇ ਆਤਮਿਕ ਜੀਵਨ ਨੂੰ ਖੋਰਾ ਲਾਉਂਦੇ ਨੇ, ਆਤਮਿਕ ਜੀਵਨ ਦੀ ਰਾਸ ਪੂੰਜੀ ਨੂੰ ਲੁੱਟਦੇ ਨੇ, ਉਹ ਕੰਮ ਕਰਨ ਦੇ ਲਈ ਤੂੰ ਭੱਜ ਦੌੜਦਾ ਹੈ, ਛੇਤੀ ਛੇਤੀ ਉਹ ਕੰਮ ਤੂੰ ਕਰਦਾ ਹੈ। ਸਸਤ ਵਖਰ ਤੂੰ ਘਿੰਨੈ ਨਾਹੀ, ਪਾਪੀ ਵਾਧਾ ਰਿਨਾਇਆ। ਜੋ ਸਸਤਾ ਸੌਦਾ ਹੈ ਉਹ ਤੂੰ ਲੈਂਦਾ ਨਹੀਂ, ਤੇ ਵਿਕਾਰਾਂ ਦੇ ਕਰਜ਼ੇ ਦੇ ਨਾਲ ਤੂੰ ਲੱਦਿਆ ਪਿਆ, ਬੱਝਿਆ ਪਿਆ। ਸਤਿਗੁਰ ਤੇਰੀ ਆਸਾਇਆ, ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ, ਮੈਂ ਏਹਾ ਓਟਾਇਆ ਰਹਾਉ। ਹੇ ਸਤਿਗੁਰੂ, ਮੈਨੂੰ ਤੇਰੀ ਸਹਾਇਤਾ ਦੀ ਆਸ ਹੈ। ਹੇ ਪ੍ਰਮਾਤਮਾ, ਮੈਂ ਵਿਕਾਰੀ ਤਾਂ ਬਹੁਤ ਹਾਂ, ਪਰ ਮੈਨੂੰ ਇਹ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਪਵਿੱਤਰ ਕਰਨ ਵਾਲਾ ਹੈ। ਗੰਧਨ ਵੈਣ ਸੁਣੈ ਉਰਝਾਵੈ, ਨਾਮ ਲੈਤ ਅਲਕਾਇਆ, ਨਿੰਦ ਚਿੰਦ ਕਉ ਬਹੁਤ ਉਮਾਇਓ, ਬੂਝੀ ਉਲਟਾਇਆ। ਹੇ ਮੂਰਖ, ਤੂੰ ਗੰਦੇ ਗੀਤ ਸੁਣਦਾ ਹੈ ਤੇ ਸੁਣ ਕੇ ਮਸਤ ਹੁੰਦਾ ਹੈ। ਗੰਧਨ ਵੈਣ ਤੋਂ ਭਾਵ ਗੰਦੇ ਗੀਤ। ਸੁਣੈ ਉਰਝਾਵੈ, ਉਰਝਾਵੈ ਤੋਂ ਮਸਤ ਹੋਣਾ, ਗੰਦੇ ਗੀਤ ਸੁਣ ਕੇ ਤੂੰ ਮਸਤ ਹੁੰਦਾ ਹੈ। ਨਾਮ ਲੈਤ ਅਲਕਾਇਆ, ਤੇ ਜਦੋਂ ਪਰਮਾਤਮਾ ਦਾ ਨਾਮ ਲੈਣ ਦੀ ਗੱਲ ਆਉਂਦੀ ਹੈ ਤਾਂ ਤੂੰ ਆਲਸੀ ਹੋ ਜਾਂਦਾ ਹੈ, ਆਲਸ ਕਰਦਾ ਹੈ। ਨਿੰਦ ਚਿੰਦ ਕੋ ਬਹੁਤ ਉਮਾਇਓ, ਕਿਸੇ ਦੀ ਨਿੰਦਾ ਦੇ ਖਿਆਲ ਤੋਂ ਤੈਨੂੰ ਚਾਅ ਚੜ ਜਾਂਦਾ ਹੈ। ਬੂਝੀ ਉਲਟਾਇਆ, ਹੇ ਮੂਰਖ, ਤੂੰ ਉਲਟ ਹੀ ਗੱਲ ਸਮਝੀ ਹੋਈ ਹੈ। ਪਰ ਧਨ ਪਰ ਤਨ ਪਰਤੀ ਨਿੰਦਾ, ਅਖਾਦ ਖਾਹੇ ਹਰਕਾਇਆ। ਹੇ ਮੂਰਖ, ਤੂੰ ਪਰਾਇਆ ਧਨ ਚੁਰਾਂਦਾ ਹੈ, ਪਰਾਇਆ ਰੂਪ ਮੰਦੀ ਨਿਗਾਹ ਦੇ ਨਾਲ ਤੱਕਦਾ ਹੈ, ਪਰਾਈ ਨਿੰਦਾ ਕਰਦਾ ਹੈ, ਤੂੰ ਲੋਭ ਨਾਲ ਹਲਕਾ ਹੋਇਆ ਪਿਆ ਹੈ, ਉਹ ਚੀਜ਼ਾਂ ਖਾਂਦਾ ਹੈ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ। ਅਖਾਦ ਤੋਂ ਭਾਵ ਉਹ ਚੀਜ਼ਾਂ ਜੋ ਨਹੀਂ ਖਾਣੀਆਂ ਚਾਹੀਦੀਆਂ, ਪਰ ਤੂੰ ਹਲਕਿਆ ਹੋਇਆ ਹੈ, ਉਹੀ ਚੀਜ਼ਾਂ ਖਾਂਦਾ ਹੈ। ਸਾਚ ਧਰਮ ਸਿਉ ਰੁਚ ਨਾਹੀ ਆਵੈ, ਸਤ ਸੁਨਤ ਸੁਹਾਇਆ। ਸੁਹਾਇਆ ਤੋਂ ਭਾਵ ਗੁੱਸੇ ਹੋਣਾ। ਹੇ ਮੂਰਖ, ਸਦਾ ਨਾਲ ਨਿਭਣ ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ। ਸੱਚ ਉਪਦੇਸ਼ ਸੁਣਨ ਤੇ ਤੈਨੂੰ ਗੁੱਸਾ ਆਉਂਦਾ ਹੈ, ਖਿਝ ਚੜ੍ਹਦੀ ਹੈ ਜੇ ਤੈਨੂੰ ਕੋਈ ਸੱਚ ਦੀ ਗੱਲ ਦੱਸੇ ਤਾਂ। ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ, ਭਗਤ ਟੇਕ ਹਰਿ ਨਾਇਆ। ਨਾਨਕ ਆਹੇ ਸ਼ਰਨ ਪ੍ਰਭ ਆਇਓ, ਰਾਖ ਲਾਜ ਅਪਨਾਇਆ। ਹੇ ਨਾਨਕ ਆਖ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਠਾਕੁਰ, ਹੇ ਕਿਰਪਾ ਦੇ ਘਰ ਪ੍ਰਭੂ, ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ। ਹੇ ਪ੍ਰਭੂ, ਮੈਂ ਚਾਹ ਕਰਕੇ ਤੇਰੀ ਸ਼ਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ, ਮੈਨੂੰ ਮੰਦੇ ਕਰਮਾਂ ਤੋਂ ਬਚਾਈ ਰੱਖ। ਆਸਾ ਮਹਿਲਾ ਪੰਜਵਾਂ। ਮਿੱਥਿਆ ਸੰਗ ਸੰਗ ਲਪਟਾਈ, ਮੋਹ ਮਾਇਆ ਕਰ ਬਾਧੇ, ਜਾਂ ਜਾਨੋ ਸੋ ਚੀਤ ਨਾ ਆਵੈ, ਅਹੰਬੁਧ ਭਏ ਆਂਦੇ। ਮੰਦਭਾਗੀ ਮਨੁੱਖ ਝੂਠੇ ਸਾਥੀਆਂ ਦੀ ਸੰਗਤ ਦੇ ਵਿੱਚ ਮਸਤ ਰਹਿੰਦਾ ਹੈ। ਮਿੱਥਿਆ ਸੰਗ ਸੰਗ ਲਪਟਾਈ, ਮੋਹ ਮਾਇਆ ਕਰ ਬਾਧੇ, ਉਹ ਮਾਇਆ ਦੇ ਮੋਹ ਵਿੱਚ ਬੱਝਾ ਰਹਿੰਦਾ ਹੈ। ਇਸ ਜਗਤ ਨੂੰ ਛੱਡ ਕੇ ਜਿੱਥੇ ਚਲੇ ਜਾਣਾ ਹੈ ਅਖੀਰ ਨੂੰ, ਉਹ ਥਾਂ ਇਹਦੇ ਚਿੱਤ ਵਿੱਚ ਨਹੀਂ ਆਉਂਦਾ, ਇਹ ਹਉਮੈ ਦੇ ਵਿੱਚ ਅੰਨਾ ਹੋਇਆ ਰਹਿੰਦਾ ਹੈ। ਮਨ ਬੈਰਾਗੀ ਕਿਉਂ ਨਾ ਅਰਾਧੇ, ਕਾਚ ਕੋਠਰੀ ਮਾਹੇ ਤੂੰ ਬਸਤਾ, ਸੰਗ ਸਗਲ ਬਿਖੈ ਕੀ ਵਿਆਦੇ ਰਹਾਓ। ਇਹ ਮੇਰੇ ਮਨ, ਤੂੰ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਕੇ ਪ੍ਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ। ਤੇਰਾ ਇਹ ਸਰੀਰ ਕੱਚੀ ਕੋਠੜੀ ਹੈ ਜਿਸ ਵਿੱਚ ਤੂੰ ਵਸ ਰਿਹਾ ਹੈ। ਤੇਰੇ ਨਾਲ ਸਾਰੇ ਵਿਸ਼ੇ ਵਿਕਾਰਾਂ ਦੇ ਰੋਗ ਚੰਬੜੇ ਪਏ ਨੇ। ਮੇਰੀ ਮੇਰੀ ਕਰਤ ਦਿਨ ਰੈਨ ਬਿਹਾਵੈ, ਪਲ ਖਿਨ ਸੀਚੈ ਅਰਜਾਦੇ,
ਜੈਸੇ ਮੀਠੈ ਸਾਧ ਲੁਭਾਏ ਝੂਠ ਧੰਦ ਦੁਰਗਾਤੇ। ਇਹ ਮੇਰੀ ਮਲਕੀਅਤ ਹੈ, ਇਹ ਮੇਰੀ ਜਾਇਦਾਦ ਹੈ। ਇਹ ਆਖਦਿਆਂ ਹੀ ਮੰਦਭਾਗੀ ਮਨੁੱਖ ਦਾ ਦਿਨ ਗੁਜ਼ਰ ਜਾਂਦਾ ਹੈ। ਇਸ ਤਰ੍ਹਾਂ ਹੀ ਫਿਰ ਉਹਦੀ ਰਾਤ ਲੰਘ ਜਾਂਦੀ ਹੈ। ਪਲ ਪਲ ਛਿਨ ਛਿਨ ਕਰਕੇ ਇਸ ਦੀ ਉਮਰ ਘਟਦੀ ਜਾਂਦੀ ਹੈ, ਪਰ ਇਹ ਮੇਰਾ ਮੇਰਾ ਕਰਨੋਂ ਨਹੀਂ ਹਟਦਾ। ਜਿਵੇਂ ਮਿੱਠੇ ਦੇ ਸਵਾਦ ਵਿੱਚ ਮੱਖੀ ਫਸ ਜਾਂਦੀ ਹੈ, ਤਿਵੇਂ ਮੰਦਭਾਗੀ ਮਨੁੱਖ ਝੂਠੇ ਧੰਦੇ ਵਿੱਚ, ਦੁਰਗੰਧ ਦੇ ਵਿੱਚ ਫਸਿਆ ਰਹਿੰਦਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ। ਦੀਪ ਭਾਰੀ ਪੁਰਖ ਵਿਧਾਤੈ ਬਹੁਰ ਬਹੁਰ ਜਨਮਾਦੇ। ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰਾਂ ਦੇ ਵਿੱਚ, ਇੰਦਰੀਆਂ ਦੇ ਰਸ ਦੇ ਵਿੱਚ ਮਨੁੱਖ ਗਲਤਾਨ ਰਹਿੰਦਾ ਹੈ। ਅਸੀਂ ਆਪਣੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਨ ਦੇ ਵਿੱਚ ਹੀ ਗਲਤਾਨ ਰਹਿੰਦੇ ਹਾਂ। ਇਹਨਾਂ ਕੁਕਰਮਾਂ ਦੇ ਕਾਰਨ ਜਦੋਂ ਸਿਰਜਣਹਾਰ ਅਕਾਲ ਪੁਰਖ ਸਾਨੂੰ 84 ਲੱਖ ਜੂਨਾਂ ਵਾਲੀ ਭਵਾਟਣੀ ਦੇ ਦਿੰਦਾ ਹੈ, ਤੇ ਫਿਰ ਅਸੀਂ ਮੁੜ ਮੁੜ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਹਾਂ। ਜੋ ਭਇਓ ਕਿਰਪਾਲ ਦੀਨ ਦੁਖ ਭੰਜਨ, ਤੋ ਗੁਰਮਿਲ ਸਭ ਸੁਖ ਲਾਦੇ। ਕਉ ਨਾਨਕ ਦਿਨ ਰੈਣ ਧਿਆਵੋ, ਮਾਰ ਕਾਢੀ ਸਗਲ ਉਪਾਦੇ। ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਮਾਤਮਾ ਇਸ ਉੱਤੇ ਦਇਆਵਾਨ ਹੁੰਦਾ ਹੈ, ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁੱਖ ਹਾਸਲ ਕਰ ਲੈਂਦਾ ਹੈ। ਇਹ ਨਾਨਕ ਆਖ, ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ ਮੈਂ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਧਿਆਨ ਧਰਦਾ ਹਾਂ। ਉਸਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ। ਇਉਂ ਜਪਿਓ ਭਾਈ ਪੁਰਖ ਵਿਧਾਤੇ। ਭਇਓ ਕਿਰਪਾਲ ਦੀਨ ਦੁਖ ਭੰਜਨ, ਜਨਮ ਮਰਨ ਦੁਖ ਲਾਥੇ ਰਹਾਉ ਦੂਜਾ। ਹੇ ਭਾਈ, ਇਸ ਤਰ੍ਹਾਂ ਹੀ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨੂੰ ਮਿਲ ਕੇ ਹੀ ਮਨੁੱਖ ਸਿਰਜਣਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ। ਜਿਸ ਮਨੁੱਖ ਉੱਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਮਾਤਮਾ ਦਇਆਵਾਨ ਹੁੰਦਾ ਹੈ, ਉਸ ਦੇ ਜਨਮ ਮਰਨ ਦੇ ਗੇੜ ਦੇ ਦੁੱਖ ਲੈ ਜਾਂਦੇ ਨੇ। ਸੋ ਜਿਸ ਪ੍ਰਕਾਰ ਗੁਰੂ ਸਾਹਿਬ ਨੇ ਆਪਣੀ ਹਾਲਤ ਦੱਸੀ, ਆਪਣੀ ਦਸ਼ਾ ਦੱਸੀ ਕਿ ਗੁਰੂ ਨੂੰ ਮਿਲਣ ਤੋਂ ਪਹਿਲਾਂ ਉਹਨਾਂ ਦੀ ਦਸ਼ਾ ਕਿਹੋ ਜਿਹੀ ਸੀ, ਗੁਰੂ ਦੇ ਮਿਲਾਪ ਤੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ ਤੇ ਉਹ ਕਿੰਨੇ ਸੁਖੀ ਹੋ ਗਏ। ਅਸੀਂ ਵੀ ਸ਼ੁਕਰਗੁਜ਼ਾਰ ਕਰੀਏ, ਸ਼ੁਕਰਗੁਜ਼ਾਰ ਹੋਈਏ ਉਸ ਪਰਮਾਤਮਾ ਦੇ ਜਿਨ੍ਹਾਂ ਨੇ ਸਾਨੂੰ ਗੁਰੂ ਦਾ ਸਾਥ ਬਖਸ਼ਿਆ ਹੈ। ਗੁਰੂ ਸਾਹਿਬ ਵੱਲੋਂ ਦਰਸਾਏ ਗਏ ਇਸ ਬਿਰਤਾਂਤ ਦੇ ਨਾਲ ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਆਪ ਨੂੰ ਜ਼ਰੂਰ ਵੇਖ ਸਕੇ ਹੋਵੋਗੇ ਕਿ ਕਿਵੇਂ ਗੁਰਬਾਣੀ ਦੇ ਨਾਲ ਜੁੜਨ ਤੋਂ ਪਹਿਲਾਂ ਤੁਹਾਡਾ ਜੀਵਨ ਸੀ ਤੇ ਗੁਰਬਾਣੀ ਦੇ ਨਾਲ ਜੁੜਨ ਤੋਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਕੀ ਕੀ ਤਬਦੀਲੀ ਆਈ। ਮੈਨੂੰ ਯਕੀਨ ਹੈ ਛੋਟੀ ਛੋਟੀ ਗੱਲ 'ਤੇ ਗੁੱਸੇ ਹੋਣਾ ਆਮ ਜੀ ਗੱਲ ਹੈ, ਹਰ ਇਨਸਾਨ ਹੋ ਜਾਂਦਾ ਹੈ, ਪਰ ਜਦੋਂ ਦੇ ਗੁਰਬਾਣੀ ਨਾਲ ਜੁੜੇ ਆ ਤਾਂ ਇਹ ਕੰਮ ਬੰਦ ਹੋ ਗਿਆ। ਛੋਟੀ ਛੋਟੀ ਗੱਲ 'ਤੇ ਗੁੱਸੇ ਹੋਣ ਵਾਲਾ ਕੰਮ ਬੰਦ ਹੋ ਗਿਆ, ਮਨ ਸਾਡੇ ਸ਼ੀਤਲ ਹੋ ਗਏ। ਜੇਕਰ ਇਹ ਤਬਦੀਲੀਆਂ ਗੁਰਬਾਣੀ ਦੇ ਨਾਲ ਜੁੜਨ ਤੋਂ ਬਾਅਦ ਤੁਸੀਂ ਆਪਣੇ ਜੀਵਨ ਦੇ ਵਿੱਚ ਮਹਿਸੂਸ ਕੀਤੀਆਂ ਨੇ ਤਾਂ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਗੁਰਬਾਣੀ ਦੇ ਨਾਲ ਜੋੜ ਸਕੀਏ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।